मेरे ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡੇ ਆਪਣੇ ਚੈਨਲ ਲੈਟਸ ਲਰਨ ਉੱਤੇ। ਅਸੀਂ ਆਰਗੇਨਾਈਜੇਸ਼ਨਸ ਆਫ ਚਾਈਲਡ ਕੇਅਰ ਸਰਵਿਸਿਜ਼ ਬਾਰੇ ਡਿਸਕਸ ਕਰ ਰਹੇ ਹਾਂ। ਇਸ ਨਾਲ ਸੰਬੰਧਿਤ ਜਿਹੜੀਆਂ 2 ਵੀਡੀਓਜ਼ ਨੇ ਮੈਂ ਆਲਰੇਡੀ ਚੈਨਲ ਤੇ ਅਪਲੋਡ ਕਰ ਚੁੱਕੀ ਹਾਂ, ਤੁਸੀਂ ਉਹਨਾਂ ਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਜਾ ਕੇ ਦੇਖ ਸਕਦੇ ਹੋ। ਤਾਂ ਅੱਗੇ ਕੰਟੀਨਿਊ ਕਰਦੇ ਹਾਂ। ਪਿਛਲੀ ਵੀਡੀਓ ਵਿੱਚ ਅਸੀਂ ਕਾਰਾ ਬਾਰੇ ਗੱਲ ਕਰ ਰਹੇ ਸੀ। ਹੁਣ ਅਸੀਂ ਇਸ ਨੂੰ ਡਿਟੇਲ ਵਿੱਚ ਪੜਾਂਗੇ। ਕਾਰਾ ਕੀ ਹੈ? ਸੈਂਟਰਲ ਅਡੋਪਸ਼ਨ ਰਿਸੋਰਸ ਅਥਾਰਟੀਜ਼। ਇਸ ਦਾ ਮਤਲਬ ਹੈ ਸੈਂਟਰਲ ਅਡੋਪਸ਼ਨ ਰਿਸੋਰਸ ਅਥਾਰਟੀਜ਼ ਇਜ਼ ਅ ਸਟੈਚੂਰੀ ਬੋਡੀ ਆਫ ਮਿਨਿਸਟਰ ਆਫ ਵੂਮਨ ਐਂਡ ਚਾਈਲਡ ਡਿਵੈਲਪਮੈਂਟ। ਸਟੈਚੂਰੀ ਬੋਡੀ ਕੀ ਹੁੰਦਾ ਹੈ? ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ 3 ਤਰ੍ਹਾਂ ਦੀਆਂ ਬੋਡੀਜ਼ ਹੁੰਦੀਆਂ ਨੇ ਸੈਂਟਰ ਲੈਵਲ 'ਤੇ। ਫਸਟ ਹੁੰਦੀ ਹੈ ਕੌਨਸਟੀਟਿਊਸ਼ਨਲ ਬੋਡੀਜ਼, ਜਿਨ੍ਹਾਂ ਦਾ ਜਿਹੜਾ ਪ੍ਰਾਵਧਾਨ ਹੈ ਸਾਡੇ ਸੰਵਿਧਾਨ ਵਿੱਚ ਦਿੱਤਾ ਹੋਇਆ ਹੈ। ਸੈਕਿੰਡ ਹੁੰਦੀ ਹੈ ਸਟੈਚੂਰੀ ਬੋਡੀਜ਼। ਇਹ ਕੀ ਹੁੰਦੀਆਂ ਨੇ? ਇਹਨਾਂ ਦਾ ਕੋਈ ਪ੍ਰਾਵਧਾਨ ਜਿਹੜਾ ਹੈ ਉਹਨਾਂ ਦੇ ਵਿੱਚ ਨਹੀਂ ਦਿੱਤਾ ਹੁੰਦਾ। ਇਹ ਇੱਕ ਕਾਨੂੰਨ ਬਣਾ ਕੇ ਜਿਹੜਾ ਇਹਨਾਂ ਦਾ ਨਿਰਮਾਣ ਹੈ ਕੀਤਾ ਜਾਂਦਾ ਹੈ। ਥਰਡ ਹੁੰਦੀ ਹੈ ਨੋਨ ਕੌਨਸਟੀਟਿਊਸ਼ਨਲ ਬੋਡੀਜ਼, ਜਿਨ੍ਹਾਂ ਦਾ ਵੀ ਪ੍ਰਾਵਧਾਨ ਹੈ ਸੰਵਿਧਾਨ ਵਿੱਚ ਨਹੀਂ ਦਿੱਤਾ ਹੋਇਆ। ਤਾਂ ਕੀ ਹੈ? ਇਟ ਫੰਕਸ਼ਨਸ ਐਜ਼ ਅ ਨੋਡਲ ਬੋਡੀ ਆਫ ਅਡੋਪਸ਼ਨ ਆਫ ਇੰਡੀਅਨ ਚਿਲਡਰਨ ਐਂਡ ਮੈਂਡੇਟਡ ਟੂ ਮੋਨੀਟਰ ਐਂਡ ਰੈਗੂਲੇਟ ਇਨ ਕੰਟਰੀ ਐਂਡ ਇੰਟਰ ਕੰਟਰੀ ਅਡੋਪਸ਼ਨ। ਤਾਂ ਇਸ ਦਾ ਇਹ ਕੀ ਹੈ? ਇੱਕ ਨੋਡਲ ਬੋਡੀ ਦੀ ਤਰ੍ਹਾਂ ਕੰਮ ਕਰਦੀ ਹੈ। ਕਿਸ ਲਈ ਕੰਮ ਕਰਦੀ ਹੈ? ਅਡੋਪਸ਼ਨ ਆਫ ਇੰਡੀਅਨ ਚਿਲਡਰਨ। ਜੇਕਰ ਕੋਈ ਬੱਚਾ, ਇੰਡੀਆ ਦਾ ਬੱਚਾ ਜੇਕਰ ਕੋਈ ਅਡੋਪਟ ਕਰਦਾ ਹੈ ਇੰਟਰ ਕੰਟਰੀ, ਯਾਨੀ ਕਿ ਕੋਈ ਬਾਹਰ ਦੀ ਕੰਟਰੀ 'ਚ ਅਡੋਪਟ ਕਰਦਾ ਹੈ, ਉਸ ਨਾਲ ਸੰਬੰਧਿਤ ਜਿੰਨੇ ਵੀ ਮਾਮਲੇ ਨੇ ਉਹ ਇਹ ਸੰਸਥਾ ਹੈ ਜਿਹੜੀ ਦੇਖਦੀ ਹੈ। ਕਾਰਾ ਇਜ਼ ਡਿਜ਼ਾਈਨਡ ਐਜ਼ ਅ ਸੈਂਟਰਲ ਅਥਾਰਟੀ ਟੂ ਡੀਲ ਵਿਦ ਇੰਟਰ ਕੰਟਰੀ ਅਡੋਪਸ਼ਨ। ਮੰਨ ਲਓ ਹੁਣ ਕੋਈ ਮੇਰਾ ਬੱਚਾ ਹੈ, ਮੇਰੀ ਜੋ ਸਿਸਟਰ ਹੈ ਮੰਨ ਲਓ ਜੋ ਕੈਨੇਡਾ ਵਿੱਚ ਰਹਿੰਦੀ ਹੈ, ਉਹ ਮੇਰੇ ਬੱਚੇ ਨੂੰ ਅਡੋਪਟ ਕਰਨਾ ਚਾਹੁੰਦੀ ਹੈ ਤਾਂ ਉਹ ਕਰ ਸਕਦੀ ਹੈ। ਪਰ ਇਸ ਨਾਲ ਸੰਬੰਧਿਤ ਜਿਹੜੇ ਮਾਮਲੇ ਨੇ ਉਹ ਕਿਸ ਕੋਲ ਦਰਜ ਹੁੰਦੇ ਨੇ? ਕਾਰਾ ਕੋਲ ਹੁੰਦੇ ਨੇ। ਤਾਂ ਇੰਟਰ ਕੰਟਰੀ ਜਿਹੜੇ 2 ਦੇਸ਼ਾਂ ਵਿਚਕਾਰ ਜਿਹੜੇ ਅਡੋਪਸ਼ਨ ਹੁੰਦੀ ਹੈ ਉਸ ਨਾਲ ਸੰਬੰਧਿਤ ਜਿਹੜੇ ਪ੍ਰੋਵੀਜ਼ਨਸ ਹੈ ਉਹਨਾਂ ਨੂੰ ਦੇਖਦੀ ਹੈ। ਪ੍ਰੋਵੀਜ਼ਨਸ ਆਫ ਦਾ ਹੇਗ ਕਨਵੈਨਸ਼ਨ, ਜੋ ਹੇਗ ਦੇ ਵਿੱਚ ਇੱਕ ਕਨਵੈਨਸ਼ਨ ਹੋਇਆ ਸੀ, ਉਸ ਨਾਲ ਸੰਬੰਧਿਤ ਜਿਹੜੇ ਨਿਯਮ ਨੇ ਇਹ ਉਸ ਕੰਟਰੀ ਵਿੱਚ ਲਾਗੂ ਕਰਦੀ ਹੈ। ਉਹ ਕਦੋਂ ਹੋਇਆ ਸੀ ਕਨਵੈਨਸ਼ਨ? 1993 ਦੇ ਵਿੱਚ ਜਿਹੜਾ ਹੈ ਉਹ ਕਨਵੈਨਸ਼ਨ ਹੋਇਆ ਸੀ ਬਾਈ ਗਵਰਨਮੈਂਟ ਆਫ ਇੰਡੀਆ ਇਨ 2003। ਤਾਂ ਜਾਂ ਇੰਡੀਆ ਦੇ ਵਿੱਚ ਜਿਹੜੇ ਉਹ ਨਿਯਮ ਫੋਲੋ ਹੋ ਰਹੇ ਨੇ ਉਹ ਕਦੋਂ ਤੋਂ ਹੋ ਰਹੇ ਨੇ? 2003 ਤੋਂ ਹੋ ਰਹੇ ਨੇ। ਕਾਰਾ ਪ੍ਰਾਇਮਰੀ ਡੀਲਸ ਵਿਦ ਅਡੋਪਸ਼ਨ ਆਫ ਔਰਫਨ ਅਬੰਡੈਂਟ ਐਂਡ ਸਰੈਂਡਰਡ ਚਿਲਡਰਨ। ਤਾਂ ਇਹ ਜਿਹੜਾ ਮੇਨ ਇਹ ਦੇਖਦੀ ਹੈ, ਕਿਹਨਾਂ ਨੂੰ ਦੇਖਦੀ? ਔਰਫਨਸ, ਜੋ ਅਨਾਥ ਬੱਚੇ ਨੇ, ਠੀਕ ਹੈ, ਔਰ ਜੋ ਅਬੰਡੈਂਟ ਨੇ, ਕਿਸੇ ਤਰ੍ਹਾਂ ਤੋਂ ਕਿਸੇ ਸ਼ੋਸ਼ਣ ਦਾ ਸ਼ਿਕਾਰ ਨੇ, ਜੋ ਸਮਰਪਿਤ ਨੇ, ਉਹਨਾਂ ਚਿਲਡਰਨਸ ਨੂੰ ਜਿਹੜਾ ਸਪੈਸ਼ਲ ਦੇਖਦੀ ਹੈ। ਜਿਹੜੀਆਂ ਇਸ ਦੀਆਂ ਵੱਖਰੀਆਂ ਏਜੰਸੀਜ਼ ਨੇ ਉਹ ਕੰਮ ਕਰਦੀਆਂ ਨੇ, ਜਿਵੇਂ ਅਨਾਥ ਬੱਚਿਆਂ ਨੂੰ ਅਨਾਥ ਆਸ਼ਰਮ ਵਗੈਰਾ ਪ੍ਰੋਵਾਈਡ ਕਰਨਾ, ਇਹ ਸਾਰਾ ਕੁਛ ਇਹ ਦੇਖਦੀ ਹੈ। ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਨਾਲ ਸੰਬੰਧਿਤ ਇੱਕ ਕਾਨੂੰਨ ਹੈ ਕਿ 18 ਸਾਲ ਤੋਂ ਘੱਟ ਜਿਹੜਾ ਬੱਚਾ ਹੈ, ਫੀਮੇਲ ਚਾਈਲਡ ਹੈ, ਗਰਲ ਚਾਈਲਡ ਹੈ, ਉਸ ਨੂੰ ਜਿਹੜਾ ਹੈ ਇੱਕ ਆਦਮੀ ਹੈ ਜਿਹੜਾ ਉਹ ਅਡੋਪਟ ਨਹੀਂ ਕਰ ਸਕਦਾ। ਇੱਕ ਲੜਕੀ ਹੈ ਜੋ ਉਹ 18 ਸਾਲ ਦੇ ਮੁੰਡੇ ਜਾਂ ਕੁੜੀ ਨੂੰ ਅਡੋਪਟ ਕਰ ਸਕਦੀ ਹੈ, ਦੋਨਾਂ 'ਚੋਂ ਵੀ ਕਿਸੇ ਨੂੰ, ਪਰ ਜੋ 18 ਸਾਲ ਤੋਂ ਘੱਟ ਜਿਹੜਾ ਗਰਲ ਚਾਈਲਡ ਹੈ ਉਸ ਨੂੰ ਇੱਕ ਆਦਮੀ ਹੈ ਜਿਹੜਾ ਅਡੋਪਟ ਨਹੀਂ ਕਰ ਸਕਦਾ। ਨੈਕਸਟ ਹੈ ਇੰਡੀਅਨ ਰੈੱਡ ਕਰਾਸ ਸੁਸਾਇਟੀ। ਵੈਸੇ ਆਪਣੇ ਸਿਲੇਬਸ ਵਿੱਚ ਬਹੁਤਾ ਨਹੀਂ ਆਉਂਦੀ, ਪਰ ਇੱਕ ਲੋਕ ਭਲਾਈ ਦੀ ਸੰਸਥਾ ਹੈ, ਇਸ ਲਈ ਇਸ ਨੂੰ ਅਸੀਂ ਜ਼ਰੂਰ ਪੜ੍ਹਾਂਗੇ। ਤਾਂ ਇਸ ਦਾ ਮੁੱਖ ਕੰਮ ਹੈ ਮਨੁੱਖਤਾ ਦੀ ਭਲਾਈ ਕਰਨਾ। ਮਨੁੱਖਤਾ ਦੀ ਭਲਾਈ ਕਰਨਾ ਹੀ ਕੀ ਹੈ ਇਸ ਦਾ ਮੁੱਖ ਉਦੇਸ਼ ਹੈ। ਫਾਰਮੇਸ਼ਨ ਕਦੋਂ ਹੋਈ ਸੀ ਇਸ ਦੀ? 1920 ਦੇ ਵਿੱਚ ਹੋਈ ਸੀ। ਟਾਈਪ ਕੀ ਹੈ? ਹਿਊਮੈਨਿਟੇਰੀਅਨ ORG। ਪਰਪਸ ਕੀ ਹੈ? ਹਿਊਮੈਨਿਟੇਰੀਅਨ ਏਡ, ਯਾਨੀ ਕਿ ਮਨੁੱਖਤਾ ਦੀ ਸੇਵਾ ਕਰਨਾ, ਭਲਾਈ ਕਰਨਾ। ਹੈੱਡਕੁਆਟਰ ਕਿੱਥੇ ਹੈ? ਨਿਊ ਦਿੱਲੀ ਦੇ ਵਿੱਚ ਹੈ। ਸੈਕਟਰੀ ਜਨਰਲ ਕੌਣ ਹੈ? ਡਾਕਟਰ SP ਅਗਰਵਾਲ। ਰਿਕੋਗਨਾਈਜ਼ਡ ਇਨ, ਇਸ ਦਾ ਜੋ ਐਂਬਲਮ ਹੈ ਇਹ ਕੀ ਹੈ? ਇਸ ਦਾ ਇੱਕ ਚਿੰਨ੍ਹ ਹੈ। ਇਸ ਦਾ ਜੋ ਐਂਬਲਮ ਹੈ 1864 ਦੇ ਵਿੱਚ ਇਸ ਨੂੰ ਰਿਕੋਗਨਾਈਜ਼ ਕੀਤਾ ਗਿਆ ਸੀ ਜਨੇਵਾ ਕਾਨਫਰੰਸ ਦੇ ਵਿੱਚ, ਠੀਕ ਹੈ। ਜਿਹੜਾ ਇਹ ਮਤਲਬ ਇਸ ਦਾ ਐਂਬਲਮ ਹੈ, ਦੇਖੋਗੇ ਤੁਸੀਂ ਇਸ ਦੇ ਵਿੱਚ ਕੀ ਬਣਿਆ ਹੋਇਆ? ਇੱਕ ਕ੍ਰਾਸ ਦਾ ਨਿਸ਼ਾਨ ਹੈ ਜੋ ਬਣਿਆ ਹੋਇਆ ਹੈ। ਨੈਕਸਟ ਹੈ NIPCCD, ਨੈਸ਼ਨਲ ਇੰਸਟੀਟਿਊਟ ਆਫ ਪਬਲਿਕ ਕੋਆਪਰੇਟਿਵ ਐਂਡ ਚਾਈਲਡ ਡਿਵੈਲਪਮੈਂਟ। ਇਹ ਵੀ ਇੱਕ ਕੀ ਹੈ? ਨੈਸ਼ਨਲ ਲੈਵਲ ਦੀ ਏਜੰਸੀਜ਼ ਹੈ। ਇਹ ਏਜੰਸੀ ਹੈ ਜੋ ਡਿਵੈਲਪ ਫॉर ਵਲੰਟੀਅਰ ਐਕਸ਼ਨਸ, ਰਿਸਰਚ, ਟ੍ਰੇਨਿੰਗ ਐਂਡ ਡਾਕੂਮੈਂਟੇਸ਼ਨ ਇਨ ਦਾ ਓਵਰਆਲ ਡੋਮੇਨ ਆਫ ਵੂਮਨ ਐਮਪਾਵਰਮੈਂਟ ਐਂਡ ਚਾਈਲਡ ਡਿਵੈਲਪਮੈਂਟ ਇਨ ਇੰਡੀਆ। ਇਸ ਦਾ ਮੁੱਖ ਕੰਮ ਕੀ ਹੈ? ਇੰਡੀਆ ਦੇ ਵਿੱਚ ਜੋ ਬੱਚੇ ਨੇ
ठीक है, ਅਤੇ ਔਰਤਾਂ ਨੇ ਉਹਨਾਂ ਦੇ ਡਿਵੈਲਪਮੈਂਟ ਜਿੰਨਾ ਵੀ ਡਿਵੈਲਪਮੈਂਟ ਦੇ ਵਿੱਚ ਜਿਹੜਾ ਵੀ ਖੇਤਰ ਆਉਂਦਾ ਉਸ ਵਿੱਚ ਰਿਸਰਚ ਕਰਨਾ, ਠੀਕ ਹੈ, ਉਹਨਾਂ ਨੂੰ ਟ੍ਰੇਨਿੰਗ ਪ੍ਰੋਵਾਈਡ ਕਰਨਾ ਔਰ ਉਹਨਾਂ ਦੇ ਜਿਹੜਾ ਡਿਵੈਲਪਮੈਂਟ ਹੈ ਉਸ ਨੂੰ ਯਕੀਨੀ ਬਣਾਉਣਾ। ਨੈਕਸਟ ਹੈ ਐਸਟੈਬਲਿਸ਼ ਇਨ 1966, ਕਦੋਂ ਐਸਟੈਬਲਿਸ਼ ਹੋਈ ਸੀ? NIPCCD ਜਿਹੜੀ ਸੰਸਥਾ ਹੈ 1966 ਦੇ ਵਿੱਚ ਐਸਟੈਬਲਿਸ਼ ਹੋਈ ਸੀ। ਦ ਇੰਸਟੀਟਿਊਸ਼ਨ ਹੈਜ਼ 4 ਰੀਜਨਲ ਸੈਂਟਰਸ, ਇਸ ਦੇ ਜਿਹੜੇ 4 ਸੈਂਟਰ ਨੇ ਰੀਜਨਲ, ਕਿਹੜੇ ਨੇ? ਗੁਹਾਟੀ, ਬੈਂਗਲੌਰ, ਲਖਨਊ ਐਂਡ ਇੰਦੌਰ। ਹੁਣ ਫੰਕਸ਼ਨਸ, ਇਸ ਦੇ ਕੀ ਕੰਮ ਨੇ? ਫਸਟ ਹੈ ਕੰਡਕਟ, ਪ੍ਰਮੋਟ, ਸਪੋਂਸਰ ਐਂਡ collaborate in voluntary actions and collaborate in research and evaluate studies in voluntary actions and in child development। ਬੱਚੇ ਦੇ ਵਿਕਾਸ ਦੇ ਖੇਤਰ ਵਿੱਚ ਰਿਸਰਚ ਕਰਦੀ ਹੈ ਇਹ ਸੰਸਥਾ ਹੈ ਜਿਹੜੀ, ਠੀਕ ਹੈ, ਉਹਨਾਂ ਨਾਲ ਸੰਬੰਧਿਤ ਜਿਹੜੇ ਪ੍ਰੋਗਰਾਮ ਨੇ ਉਹਨਾਂ ਨੂੰ ਕੰਡਕਟ ਕਰਦੀ ਹੈ, ਉਹਨਾਂ 'ਤੇ ਜਿੰਨਾ ਵੀ ਖਰਚਾ ਆਉਂਦਾ ਹੈ ਇਹ ਸਭ ਕੀ ਹੈ? ਦੇਖਦੀ ਹੈ। ਰਿਵਿਊ ਪ੍ਰੋਗਰਾਮਸ ਫॉर ਚਿਲਡਰਨ ਇਨ ਦ ਲਾਈਟ ਆਫ ਦ ਨੈਸ਼ਨਲ ਪੋਲਿਸੀ ਫॉर ਚਿਲਡਰਨ, ਨੈਸ਼ਨਲ ਪੋਲਿਸੀ ਜਿਹੜੀ ਹੈ ਆਪਣੀ ਉਹਦੇ ਅਕੋਰਡਿੰਗ ਜੋ ਵੀ ਪ੍ਰੋਗਰਾਮ ਬੱਚਿਆਂ ਲਈ ਉਲੀਕੇ ਗਏ ਹਨ ਉਹਨਾਂ ਨੂੰ ਇਹ ਰਿਵਿਊ ਕਰਦੀ ਹੈ, ਠੀਕ ਹੈ। ਰਿਵਿਊ ਵਲੰਟਰੀ ਐਕਸ਼ਨ ਇਨ ਸੋਸ਼ਲ ਡਿਵੈਲਪਮੈਂਟ, ਜੋ ਸਮਾਜ ਦੀ ਭਲਾਈ ਨਾਲ ਸੰਬੰਧਿਤ ਜਿੰਨੇ ਵੀ ਕੰਮ ਨੇ ਉਹਨਾਂ ਨੂੰ ਰਿਵਿਊ ਕਰਦੀ ਹੈ, ਕਿਉਂਕਿ ਅੱਜ ਕੱਲ੍ਹ ਕੋਈ ਵੀ ਕਈਆਂ ਦਾ ਗਲਤ ਮੋਟਿਵ ਵੀ ਹੋ ਸਕਦਾ ਨਾ ਸਮਾਜ ਭਲਾਈ ਕਰਨਾ, ਤਾਂ ਉਹਨਾਂ ਸਾਰਿਆਂ ਨੂੰ ਇਹ ਪਹਿਲਾਂ ਦੇਖਦੀ ਹੈ, ਠੀਕ ਹੈ। ਆਈਡੈਂਟੀਫਾਈ ਪ੍ਰੋਬਲਮਸ ਐਂਡ ਨੀਡਸ ਇਨ ਦ ਏਰੀਆ ਆਫ ਵਲੰਟਰੀ ਐਕਸ਼ਨਸ ਐਂਡ ਚਾਈਲਡ ਡਿਵੈਲਪਮੈਂਟ, ਸੁਗੈਸਟ ਅਪਰੋਚਸ ਟੂ ਮੀਟ ਦੈਮ, ਜਿੰਨੀਆਂ ਵੀ ਮਤਲਬ ਬੱਚਿਆਂ ਦੇ ਸਮੱਸਿਆਵਾਂ ਨਾਲ ਸੰਬੰਧਿਤ ਜਿਹੜੀਆਂ ਉਹਨਾਂ ਦੀਆਂ ਲੋੜਾਂ ਨੇ, ਠੀਕ ਹੈ, ਉਹਨਾਂ ਨੂੰ ਉਹਨਾਂ ਦੇ ਲਈ ਕੀ ਹੈ, ਉਹਨਾਂ ਦੇ ਵਿਕਾਸ ਲਈ ਇਹ ਸੁਗੈਸਟ ਕਰਦੀ ਹੈ। ਨੈਕਸਟ ਏਰੀਆ ਆਫ ਇੰਟਰਸਟ, ਕਿਹੜਾ ਏਰੀਆ ਜਿਹੜਾ ਹੈ ਇਸ ਦੇ ਅੰਡਰ ਆਉਂਦਾ ਹੈ? ਫਸਟ ਹੈ ਅਰਲੀ ਚਾਈਲਡਹੁੱਡ ਕੇਅਰ ਐਂਡ ਡਿਵੈਲਪਮੈਂਟ, ਬਚਪਨ ਦੀ ਜੋ ਕੇਅਰ ਹੈ ਉਸ ਬਾਰੇ ਦੇਖਦੀ ਹੈ। ਹੈਲਥ ਐਂਡ ਨਿਊਟ੍ਰੀਸ਼ਨ ਆਫ ਯੰਗ ਚਾਈਲਡ ਐਂਡ ਮਦਰਸ, ਜੋ ਬੱਚੇ ਨੇ, ਠੀਕ ਹੈ, ਜਵਾਨ ਬੱਚੇ ਔਰ ਮਦਰਸ ਨੇ ਉਹਨਾਂ ਦੇ ਨਿਊਟ੍ਰੀਸ਼ਨ ਔਰ ਹੈਲਥ ਬਾਰੇ ਦੇਖਦੀ ਹੈ। ਇਨਫੈਂਟ ਐਂਡ ਯੰਗ ਚਾਈਲਡ ਫੀਡਿੰਗ, ਜੋ ਛੋਟੇ ਬੱਚੇ ਨੇ 0 ਤੋਂ 6 ਔਰ ਜਿਹੜੇ ਯੰਗ ਚਾਈਲਡ ਨੇ ਉਹਨਾਂ ਨੂੰ ਖਾਣਾ ਦੇਣਾ, ਠੀਕ ਹੈ, ਫੀਡਿੰਗ। ਪ੍ਰੀਵੈਂਸ਼ਨ ਆਫ ਮਾਈਕਰੋ ਨਿਊਟ੍ਰੀਐਂਟ ਮਾਲਨਿਊਟ੍ਰੀਸ਼ਨ, ਠੀਕ ਹੈ, ਬੱਚਿਆਂ ਨੂੰ ਕੁਪੋਸ਼ਣ ਤੋਂ ਬਚਾਉਣਾ। ਅਡੋਲਸੈਂਸ ਹੈਲਥ, ਰੀਪਰੋਡਕਟਿਵ ਹੈਲਥ ਐਂਡ HIV ਏਡਸ, ਬੱਚਿਆਂ ਨੂੰ ਅਡੋਲਸੈਂਸ ਹੈਲਥ ਜਿਹੜੇ ਪ੍ਰੌੜ ਅਵਸਥਾ ਦੀ ਸਿੱਖਿਆ ਹੈ, ਠੀਕ ਹੈ, ਰੀਪਰੋਡਕਟਿਵ ਹੈਲਥ, HIV ਏਡਸ, ਇਹਨਾਂ ਬਾਰੇ ਜਾਣਕਾਰੀ ਦੇਣਾ ਇਸ ਦਾ ਕੰਮ ਹੈ। ਗਰੋਥ ਮੋਨੀਟਰਿੰਗ, ਠੀਕ ਹੈ, ਗਰੋਥ ਦੀ ਮੋਨੀਟਰਿੰਗ ਕਰਨਾ। ਨਿਊਟ੍ਰੀਸ਼ਨ ਐਂਡ ਹੈਲਥ ਐਜੂਕੇਸ਼ਨ, ਬੱਚਿਆਂ ਨੂੰ ਪੋਸ਼ਣ ਅਤੇ ਹੈਲਥ ਐਜੂਕੇਸ਼ਨ ਬਾਰੇ ਦੱਸਣਾ, ਗੁੱਡ ਹੈਬਿਟਸ ਬਾਰੇ ਦੱਸਣਾ ਉਹਨਾਂ ਨੂੰ। ਚਾਈਲਡ ਗਾਈਡੈਂਸ ਐਂਡ ਕਾਉਂਸਲਿੰਗ, ਬੱਚਿਆਂ ਨੂੰ ਗਾਈਡ ਕਰਨਾ ਅਤੇ ਉਹਨਾਂ ਦੀ ਕਾਉਂਸਲਿੰਗ ਕਰਨਾ। ਅਰਲੀ ਡਿਟੈਕਸ਼ਨ ਐਂਡ ਪ੍ਰੀਵੈਂਸ਼ਨ ਆਫ ਚਾਈਲਡਹੁੱਡ ਡਿਸਐਬਿਲਿਟੀਜ਼, ਜੋ ਮਤਲਬ ਬਚਪਨ ਦੀਆਂ ਜੋ ਡਿਸਐਬਿਲਿਟੀਜ਼ ਹਨ, ਠੀਕ ਹੈ, ਉਹਨਾਂ ਦੀ ਡਿਟੈਕਸ਼ਨ ਐਂਡ ਪ੍ਰੀਵੈਂਸ਼ਨ ਕਰਨਾ। ਨੈਕਸਟ ਹੈ ਲਰਨਿੰਗ ਐਂਡ ਬਿਹੇਵੀਅਰਲ ਪ੍ਰੋਬਲਮਸ ਆਫ ਚਿਲਡਰਨ ਐਂਡ ਪੇਰੈਂਟ ਐਜੂਕੇਸ਼ਨ, ਠੀਕ ਹੈ, ਬੱਚਿਆਂ ਦੇ ਵਿਵਹਾਰ ਨਾਲ ਸੰਬੰਧਿਤ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਸੰਬੰਧੀ ਜਿਹੜਾ ਪੇਰੈਂਟਸ ਹੈ ਉਹਨਾਂ ਨੂੰ ਐਜੂਕੇਟ ਕਰਨਾ। ਚਾਈਲਡ ਰਾਈਟ ਐਂਡ ਚਾਈਲਡ ਪ੍ਰੋਟੈਕਸ਼ਨ, ਬੱਚਿਆਂ ਦੇ ਅਧਿਕਾਰਾਂ ਅਤੇ ਬੱਚਿਆਂ ਦੀ ਪ੍ਰੋਟੈਕਸ਼ਨ ਕਰਨਾ। ਜੁਵੇਨੀਅਲ ਜਸਟਿਸ, ਇਹਦੇ ਬਾਰੇ ਮੈਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਵੀ ਦੱਸ ਚੁੱਕੀ ਹਾਂ। ਜੁਵੇਨੀਅਲ ਜਸਟਿਸ ਕੀ ਹੁੰਦਾ ਹੈ? ਜੋ 18 ਸਾਲ ਤੋਂ ਘੱਟ ਜਿਹੜੇ ਬੱਚੇ ਨੇ ਜੇਕਰ ਕੋਈ ਕ੍ਰਾਈਮ ਕਰਦੇ ਨੇ ਤਾਂ ਉਹਨਾਂ ਨੂੰ ਕੀ ਸਜ਼ਾ ਦੇਣੀ, ਉਹਨਾਂ ਨੂੰ ਸਜ਼ਾ ਦੇਣੀ ਹੈ ਜਾਂ ਨਹੀਂ, ਜਾਂ ਉਹਨਾਂ ਨਾਲ ਕੀ ਟਰੀਟਮੈਂਟ ਕਰਨਾ ਹੈ, ਉਸ ਬਾਰੇ ਜਿਹੜਾ ਦੇਖਣਾ ਹੈ ਉਹ ਜੁਵੇਨੀਅਲ ਜਸਟਿਸ ਦੇ ਅੰਡਰ ਆਉਂਦਾ ਹੈ। ਵੂਮਨਸ ਇੰਪਾਵਰਮੈਂਟ, ਹੋਲਿਸਟਿਕ ਡਿਵੈਲਪਮੈਂਟ ਆਫ ਅਡੋਲਸੈਂਸ ਗਰਲਸ ਐਂਡ ਫੈਮਿਲੀ ਲਾਈਫ ਐਜੂਕੇਸ਼ਨ, ਜੋ ਗਰਲਸ ਨੇ ਅਡੋਲਸੈਂਸ ਉਹਨਾਂ ਨੂੰ ਹੋਲਿਸਟਿਕ ਡਿਵੈਲਪਮੈਂਟ ਬਾਰੇ ਦੇਖਣਾ ਅਤੇ ਫੈਮਿਲੀ ਲਾਈਫ ਐਜੂਕੇਸ਼ਨ ਦੇਣਾ। ਪ੍ਰੀਵੈਂਸ਼ਨ ਆਫ ਚਾਈਲਡ ਮੈਰਿਜ, ਫੀਮੇਲ ਫਰਟੀਸਾਈਡ ਐਂਡ ਫੀਮੇਲ ਇਨਫੈਂਟੀਸਾਈਡ, ਤਾਂ ਜਿਹੜੇ ਫੀਮੇਲ ਫਰਟੀਸਾਈਡ, ਜੋ ਚਾਈਲਡ ਮੈਰਿਜ ਹੈ, ਫੀਮੇਲ ਫਰਟੀਸਾਈਡ ਹੈ, ਫੀਮੇਲ ਇਨਫੈਂਟੀਸਾਈਡ ਹੈ, ਠੀਕ ਹੈ, ਤਾਂ ਕਿ ਜੋ ਵੂਮਨ ਕਿਸੇ ਕਾਰਨ ਜਿਹੜੀਆਂ ਮਤਲਬ ਸ਼ਿਕਾਰ ਹੋ ਰਹੀਆਂ ਨੇ ਫਰਟੀਸਾਈਡ ਦਾ, ਉਹਨਾਂ ਨਾਲ ਸੰਬੰਧਿਤ ਜਿਹੜੇ ਮਾਮਲੇ ਹੈ ਉਹਨਾਂ ਨੂੰ ਦੇਖਣਾ। ਕਾਉਂਸਲਿੰਗ ਐਂਡ ਸਪੋਰਟ ਸਰਵਿਸ ਫॉर ਵੂਮਨ ਇਨ ਡਿਸਟ੍ਰੈਸ, ਜੋ ਵੂਮਨਸ ਕਿਸੇ ਕਾਰਨ ਪਰੇਸ਼ਾਨ ਹਨ ਉਹਨਾਂ ਦੀ ਕਾਉਂਸਲਿੰਗ ਕਰਨਾ। ਫਾਰਮੇਸ਼ਨ ਐਂਡ ਮੈਨੇਜਮੈਂਟ ਆਫ ਸੈਲਫ ਹੈਲਪ ਗਰੁੱਪਸ, ਤਾਂ ਵੂਮਨਸ ਲਈ ਕੀ ਹਨ? ਸੈਲਫ ਹੈਲਪ ਗਰੁੱਪਸ ਬਣਾਉਣਾ। ਹੁਣ ਸੈਲਫ ਹੈਲਪ ਗਰੁੱਪਸ ਕੀ ਹੁੰਦਾ ਹੈ ਕਿ ਉਹਨਾਂ ਦੇ ਗਰੁੱਪ ਬਣਾ ਦਿੱਤੇ ਜਾਂਦੇ ਨੇ ਤਾਂ ਕਿ ਉਹ ਆਪਸ ਵਿੱਚ ਜਿਹੜਾ ਇਹਨੇ ਡਿਸਕਸ ਕਰਕੇ ਆਪਣੀਆਂ ਪ੍ਰੋਬਲਮਸ ਨੂੰ ਸੋਲਵ ਕਰ ਸਕਣ ਜਾਂ ਕੋਈ ਕੰਮ ਵਗੈਰਾ ਸ਼ੁਰੂ ਕਰ ਸਕਣ। ਪ੍ਰੀਵੈਂਸ਼ਨ ਆਫ ਟ੍ਰੈਫਿਕਿੰਗ ਆਫ ਵੂਮਨ ਐਂਡ ਚਿਲਡਰਨ, ਟ੍ਰੈਫਿਕਿੰਗ ਕੀ ਹੁੰਦਾ? ਜੋ ਖਰੀਦੋ ਫਰੋਖਤ ਹੈ, ਜੋ ਬੱਚਿਆਂ ਅਤੇ ਵੂਮਨਸ ਦੀ ਖਰੀਦੋ ਫਰੋਖਤ ਹੈ ਜੋ ਉਸ ਨੂੰ
ਬੰਦ ਕਰਨਾ। ਪ੍ਰੀਵੈਂਸ਼ਨ ਆਫ ਜੈਂਡਰ ਬੇਸਡ ਵਾਇਲੈਂਸ, ਜੋ ਲੜਕੀਆਂ ਨਾਲ ਜਿਹੜਾ ਉਹਨਾਂ 'ਤੇ ਅਤਿਆਚਾਰ ਵਗੈਰਾ ਹੁੰਦੇ, ਵਾਇਲੈਂਸ ਹੁੰਦੀ ਹੈ, ਉਸ ਨੂੰ ਪ੍ਰੀਵੈਂਟ ਕਰਨਾ। ਇਹ ਇੱਕ ਬਹੁਤ ਹੀ ਵੱਡੇ ਪੱਧਰ ਦੀ, ਤਾਂ ਅਸੀਂ ਦੇਖਦੇ ਹਾਂ ਕਿ ਇੱਕ ਬਹੁਤ ਹੀ ਵੱਡੇ ਪੱਧਰ ਦੀ ਏਜੰਸੀ ਹੈ ਜੋ ਔਰਤਾਂ ਅਤੇ ਬੱਚਿਆਂ ਦੇ ਡਿਵੈਲਪਮੈਂਟ ਦੇ ਖੇਤਰ ਨੂੰ ਦੇਖਦੀ ਹੈ, ਐਂਡ ਇਟਸ ਵੈਰੀ ਇੰਪੋਰਟੈਂਟ ਫॉर ਆਵਰ ਐਗਜ਼ਾਮ। ਨੈਕਸਟ ਹੈ ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਰਵਿਸਿਜ਼, ICDS। ICDS ਕੀ ਹੈ? ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਰਵਿਸਿਜ਼ ਸਕੀਮ ਵਾਜ਼ ਲੌਂਚਡ ਔਨ 2 ਅਕਤੂਬਰ 1975। ਇਹ ਵੀ ਇੱਕ ਬਹੁਤ ਇੰਪੋਰਟੈਂਟ ਸਕੀਮ ਹੈ ਜਿਸ ਦੇ ਅੰਤਰਗਤ ਕੀ ਨੇ, ਕਿਉਂ ਇੰਪੋਰਟੈਂਟ ਹੈ? ਕਿਉਂਕਿ ਇਸ ਦੇ ਅੰਦਰ ਜਿਹੜੇ ਆਂਗਣਵਾੜੀ ਸੈਂਟਰਸ ਨੇ ਉਹ ਖੋਲ੍ਹੇ ਗਏ ਸੀ, ਠੀਕ ਹੈ। ਤਾਂ ਇੰਡੀਆ ਦੇ ਵਿੱਚ ਕਦੋਂ ਲਾਂਚ ਹੋਈ ਸੀ ਇਹ? 2 ਅਕਤੂਬਰ 1975 ਦੇ ਵਿੱਚ, ਜਿਹੜੀ 5 ਸਾਲਾ ਯੋਜਨਾ ਦੇ ਤਹਿਤ ਕੀ ਹੈ ਇਹ ਲਾਂਚ ਕੀਤੀ ਗਈ ਸੀ। ਇਨ ਪ੍ਰੈਜ਼ੈਂਸ ਆਫ ਨੈਸ਼ਨਲ ਪਾਲਿਸੀ ਫॉर ਚਿਲਡਰਨ ਇਨ 33 ਐਕਸਪੈਰੀਮੈਂਟਸ ਬਲਾਕਸ ਦੇ ਵਿੱਚ ਕੀ ਹੈ ਸ਼ੁਰੂ ਕੀਤੀ ਗਈ ਸੀ। ਨਾਓ ਦਾ ਗੋਲ ਇਜ਼ ਟੂ ਯੂਨੀਵਰਸਲਾਈਜੇਸ਼ਨ ਆਫ ICDS ਥਰੂ ਆਊਟ ਦਾ ਕੰਟਰੀ। ਇਸ ਦਾ ਮੁੱਖ ਗੋਲ ਕੀ ਹੈ ਕਿ ਜੋ ਬੱਚਿਆਂ ਦੀ ਐਜੂਕੇਸ਼ਨ ਹੈ, ਹੈਲਥ ਹੈ, ਨਿਊਟ੍ਰੀਸ਼ਨ ਹੈ, ਉਸ ਨੂੰ ਇੱਕੋ ਬੈਨਰ ਦੇ ਹੇਠ ਲੈ ਕੇ ਆਉਣਾ, ਠੀਕ ਹੈ, ਉਸ ਨੂੰ ਪੂਰੇ ਵਿਸ਼ਵ ਵਿੱਚ ਫੈਲਾਉਣਾ। The primary responsibilities for the implementation of the program is with the Department of Women and Child Development, ठीक है। इसका जो किस दे प्रति रिस्पॉन्सिबल है, ਜਿਹੜੇ ਪ੍ਰੋਗਰਾਮਸ ਜਿਹੜੇ ਨੇ ਉਹ ਲਿਖੇ ਜਾਂਦੇ ਨੇ ਡਿਪਾਰਟਮੈਂਟ ਆਫ ਵੂਮਨ ਐਂਡ ਚਾਈਲਡ ਡਿਵੈਲਪਮੈਂਟ, ਮਿਨਿਸਟਰੀ ਆਫ ਹਿਊਮਨ ਰਿਸੋਰਸਿਸ ਡਿਵੈਲਪਮੈਂਟ ਐਟ ਦਾ ਸੈਂਟਰ ਐਂਡ ਦਾ ਨੋਡਲ ਡਿਪਾਰਟਮੈਂਟਸ। ਜਿਹੜੇ ਸਟੇਟ ਪੱਧਰ ਜਿਹੜੇ ਇਹ ਦੋ ਡਿਪਾਰਟਮੈਂਟਸ ਨੇ, ਠੀਕ ਹੈ, ਵੂਮਨ ਐਂਡ ਚਾਈਲਡ ਡਿਵੈਲਪਮੈਂਟ, ਮਿਨਿਸਟਰੀ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ, ਜਿਹੜੇ ਦੋ ਡਿਪਾਰਟਮੈਂਟ ਨੇ ਇਹ ਸਟੇਟ ਪੱਧਰ 'ਤੇ ਜਿਹੜੇ ਇਹਨਾਂ ਨੂੰ ਲਾਗੂ ਕਰਦੇ ਨੇ। ਓਕੇ, ਇਹਨਾਂ ਦਾ ਫਿਰ ਜਿਹੜਾ ਮੁੱਖ ਕੰਮ ਹੈ ਉਹੀ ਸੋਸ਼ਲ ਵੈਲਫੇਅਰ, ਰੂਰਲ ਡਿਵੈਲਪਮੈਂਟ, ਟਰਾਈਬਲ ਵੈਲਫੇਅਰ, ਹੈਲਥ ਐਂਡ ਫੈਮਿਲੀ ਵੈਲਫੇਅਰ ਔਰ ਵੂਮਨ ਐਂਡ ਚਾਈਲਡ ਡਿਵੈਲਪਮੈਂਟ ਕੀ ਹੈ, ਇਸ ਦਾ ਮੁੱਖ ਕੰਮ ਹੈ। ਹੁਣ ਇਹ ਬੈਨੀਫਿਸ਼ੀਅਰੀ ਕਿਸ ਦੇ ਲਈ ਬੈਨੀਫਿਸ਼ੀਅਰ ਹੈ, ਕੌਣ ਇਸ ਦੇ ਬੈਨੀਫਿਟ ਅੰਡਰ ਆਉਂਦਾ ਹੈ? ਚਿਲਡਰਨ ਬਿਲੋ 6 ਈਅਰਸ, ਠੀਕ ਹੈ, 0 ਤੋਂ 6 ਸਾਲ ਦੇ ਬੱਚੇ ਜਿਹੜੇ ਨੇ ਉਹਨਾਂ ਲਈ ਇਹ ਪ੍ਰੋਗਰਾਮ ਉਲੀਕਦੀ ਹੈ। ਪ੍ਰੈਗਨੈਂਟ ਐਂਡ ਲੈਕਟੇਟਿੰਗ ਵੂਮਨਸ, ਹੁਣ ਜਿਹੜੀਆਂ ਪ੍ਰੈਗਨੈਂਟ ਵੂਮਨਸ ਨੇ ਉਹਨਾਂ ਦਾ ਧਿਆਨ ਰੱਖਦੀ, ਕਿਉਂ ਧਿਆਨ ਰੱਖਦੀ ਹੈ? ਕਿਉਂਕਿ ਉਹਨਾਂ ਨੇ ਵੀ ਇੱਕ ਬੱਚੇ ਨੂੰ ਜਨਮ ਦੇਣਾ ਹੁੰਦਾ ਹੈ। ਲੈਕਟਿੰਗ ਵੂਮਨਸ ਉਹ ਹੁੰਦੀਆਂ ਜਿਨ੍ਹਾਂ ਕੋਲ ਆਲਰੇਡੀ ਇੱਕ ਬੱਚਾ ਹੈ। ਵੂਮਨ ਇਨ ਦਾ ਏਜ ਗਰੁੱਪ ਆਫ 15 to 44 ਈਅਰਸ, ਇਸ ਵਿੱਚ ਕਿਹੜੀਆਂ ਵੂਮਨਸ ਆ ਜਾਂਦੀਆਂ ਨੇ, ਕਿੰਨੀ ਤੋਂ ਕਿੰਨੀ ਏਜ ਦੀਆਂ? 44 ਤੱਕ ਦੀ, 15 ਤੋਂ ਲੈ ਕੇ 44 ਸਾਲ ਦੀ ਉਮਰ ਦੀਆਂ ਔਰਤਾਂ ਨੇ ਜਿਹੜੀਆਂ ਇਸ ਵਿੱਚ ਆਉਂਦੀਆਂ ਨੇ, ਕਿਉਂਕਿ 44 ਸਾਲ ਤੋਂ ਬਾਅਦ ਜਿਹੜਾ ਹੈ ਔਰਤਾਂ ਦੀ ਜੋ ਬੱਚਾ ਪੈਦਾ ਕਰਨ ਦੀ ਸ਼ਕਤੀ ਹੈ ਉਹ ਨਹੀਂ ਰਹਿੰਦੀ। ਅਡੋਲਸੈਂਟ ਗਰਲਸ ਇਨ ਸਿਲੈਕਟਡ ਬਲਾਕਸ, ਤਾਂ ਜਿਹੜੇ ਕੁਝ ਸਿਲੈਕਟਡ ਬਲਾਕਸ ਨੇ ਉਹਨਾਂ ਦੇ ਵਿੱਚ ਜਿਹੜੇ ਅਡੋਲਸੈਂਸ ਗਰਲਸ ਨੇ ਉਹ ਵੀ ਇਹਨਾਂ ਦੇ ਵਿੱਚ ਆ ਸਕਦੇ ਨੇ। ਨੈਕਸਟ ਹੈ ਆਬਜੈਕਟਿਵਸ, ਹੁਣ ਇਸ ਦੇ ਉਦੇਸ਼ ਕੀ ਨੇ? ਇੰਪਰੂਵ ਦਾ ਨਿਊਟ੍ਰੀਸ਼ਨ ਐਂਡ ਹੈਲਥ ਸਟੇਟਸ ਆਫ ਚਿਲਡਰਨ ਇਨ ਦਾ ਏਜ ਗਰੁੱਪ ਆਫ 0 to 6, 0 ਤੋਂ 6 ਸਾਲ ਤੱਕ ਦੇ ਬੱਚਿਆਂ ਦੀ ਨਿਊਟ੍ਰੀਸ਼ਨ ਔਰ ਹੈਲਥ ਵਿੱਚ ਇੰਪਰੂਵ ਕਰਨਾ। ਲੇ ਦਾ ਫਾਊਂਡੇਸ਼ਨ ਆਫ ਪ੍ਰੋਪਰ ਸਾਈਕੋਲੋਜੀਕਲ, ਫਿਜ਼ੀਕਲ, ਸੋਸ਼ਲ ਡਿਵੈਲਪਮੈਂਟ ਆਫ ਦਾ ਚਾਈਲਡ, ਜੋ ਬੱਚੇ ਦੀ ਕਈ ਫਾਊਂਡੇਸ਼ਨਸ ਪੈਦਾ ਕਰਨੀਆਂ, ਕਿਸ ਲਈ? ਬੱਚੇ ਦੇ ਮਨੋਵਿਗਿਆਨਿਕ, ਫਿਜ਼ੀਕਲ, ਸਰੀਰਿਕ, ਠੀਕ ਹੈ, ਸੋਸ਼ਲ, ਸਮਾਜਿਕ ਡਿਵੈਲਪਮੈਂਟ ਲਈ। ਇਫੈਕਟਿਵ ਕੋਆਰਡੀਨੇਸ਼ਨ ਐਂਡ ਇੰਪਲੀਮੈਂਟੇਸ਼ਨ ਆਫ ਪੋਲਿਸੀ ਅਮੰਗ ਦਾ ਵੇਰੀਅਸ ਡਿਪਾਰਟਮੈਂਟਸ, ਇਨਹੈਂਸ ਦਾ capability of the mother to look after the normal health and nutrition needs through proper nutrition and health education। ਤਾਂ ਜੋ ਮਦਰਸ ਨੇ ਉਹਨਾਂ ਨੂੰ ਹੈਲਥ ਐਜੂਕੇਸ਼ਨ ਦੇਣਾ ਤਾਂ ਕਿ ਉਹ ਬੱਚਿਆਂ ਨੂੰ ਪ੍ਰੋਪਰ ਜਿਹੜਾ ਹੈ ਨਿਊਟ੍ਰੀਸ਼ਨਸ ਦੀ ਨੀਡਸ ਨੇ ਜੋ ਉਹਨਾਂ ਨੂੰ ਪੂਰਾ ਕਰ ਸਕਣ। ਨੈਕਸਟ ਹੈ ਆਂਗਣਵਾੜੀ। ਆਂਗਣਵਾੜੀ ਇਜ਼ ਅ ਟਾਈਪ ਆਫ ਰੂਰਲ ਚਾਈਲਡ ਕੇਅਰ ਸੈਂਟਰ ਇਨ ਇੰਡੀਆ। ਹੁਣ ਤੁਹਾਨੂੰ ਅਗਰ ਤੁਹਾਡੇ ਤੋਂ ਪੁੱਛਣ ਕਿ ਆਂਗਣਵਾੜੀ ਜੋ ਸੈਂਟਰਸ ਨੇ ਕਿਸ ਸਕੀਮ ਅਧੀਨ ਜਿਹੜੇ ਨੇ ਬਣਾਏ ਗਏ ਸਨ, ਤਾਂ ਉਹ ਸੀ ICDS, ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਰਵਿਸਿਜ਼ ਦੇ ਅੰਡਰ, ਠੀਕ ਹੈ। ਇਹ ਕੀ ਨੇ? ਰੂਰਲ ਏਰੀਆ ਦੇ ਵਿੱਚ ਜਿਹੜੇ ਬੱਚੇ ਨੇ ਉਹਨਾਂ ਲਈ ਜਿਹੜੇ ਨੇ ਬਣਾਏ ਗਏ ਨੇ। ਦੇ ਵਰ ਸਟਾਰਟਡ ਬਾਈ ਦਾ ਇੰਡੀਅਨ ਗਵਰਨਮੈਂਟ ਦੁਆਰਾ 1975 ਦੇ ਵਿੱਚ ਜਿਹੜੇ ਨੇ ਸ਼ੁਰੂ ਕੀਤੇ ਗਏ ਸਨ। ਪਾਰਟ ਆਫ ਦਾ ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਰਵਿਸਿਜ਼ ਪ੍ਰੋਗਰਾਮ ਦਾ ਇਹ ਪਾਰਟ ਹੈ। ਟੂ ਕੰਬੈਟ ਚਾਈਲਡ ਹੰਗਰ ਐਂਡ ਮਲਟੀ ਨਿਊਟ੍ਰੀਸ਼ਨ, ਇਸ ਦਾ ਮੁੱਖ ਉਦੇਸ਼ ਕੀ ਹੈ? ਜੋ ਬੱਚਿਆਂ ਦੇ ਛੋਟੇ ਬੱਚੇ ਨੇ ਜਿਨ੍ਹਾਂ ਨੂੰ ਪ੍ਰੋਪਰ ਪੋਸ਼ਣ ਨਹੀਂ ਮਿਲਦਾ, ਉਹਨਾਂ ਨੂੰ ਜਿਹੜਾ ਹੈ ਪ੍ਰੋਪਰ ਪੋਸ਼ਣ ਦੇਣਾ। ਤੁਸੀਂ ਦੇਖਿਆ ਹੋਏਗਾ ਕਿ ਆਂਗਣਵਾੜੀ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਖਾਣਾ ਖਵਾਇਆ ਜਾਂਦਾ ਹੈ ਪੜ੍ਹਾਈ ਦੇ ਨਾਲ ਨਾਲ। ਆਂਗਣਵਾੜੀ ਮੀਨਸ
ਕੋਰਟਯਾਰਡ ਸ਼ੈਲਟਰ ਇਨ ਹਿੰਦੀ, ਤਾਂ ਇਸ ਦਾ ਹਿੰਦੀ ਵਿੱਚ ਕੀ ਮਤਲਬ ਹੈ, ਵਿਹੜੇ ਵਿੱਚ ਆ ਕੇ ਬੱਚਿਆਂ ਨੂੰ ਸਹਾਰਾ ਦੇਣਾ, ਉਹਨਾਂ ਨੂੰ ਜਿਹੜਾ ਘਰ ਵਰਗਾ ਮਾਹੌਲ ਹੈ ਪ੍ਰਦਾਨ ਕਰਨਾ, ਪੜ੍ਹਾਈ ਦੇ ਨਾਲ ਨਾਲ ਉਹਨਾਂ ਦੇ ਨਿਊਟ੍ਰੀਸ਼ਨਸ ਦਾ ਧਿਆਨ ਰੱਖਣਾ। ਹੁਣ ਅਸੀਂ ਗੱਲ ਕਰਾਂਗੇ NGOs ਦੀ, ਨਾਨ ਗਵਰਨਮੈਂਟ ਆਰਗੇਨਾਈਜੇਸ਼ਨਸ ਦੀ ਗੱਲ ਕਰਾਂਗੇ। ਤਾਂ ਇਸ ਤਰ੍ਹਾਂ ਦੇ ਕਈ ਜਿਹੜੇ ਨੇ ਗੈਰ ਸਰਕਾਰੀ ਸੰਗਠਨ ਹਨ, ਗੈਰ ਸਰਕਾਰੀ, ਜੋ ਸਵੈ ਇੱਛਾ ਨਾਲ ਆਪਣੇ ਕੰਮ ਕਰਦੇ ਨੇ। ਇਹਨਾਂ ਵਿੱਚੋਂ ਮੇਨ ਨੇ ਜਿਹੜੇ ਆਪਾਂ ਉਹ ਪੜਾਂਗੇ। ਫਸਟ ਹੈ ਸੇਵ ਦਾ ਚਿਲਡਰਨ। ਸੇਵ ਦਾ ਚਿਲਡਰਨ ਇਜ਼ ਅ ਗਲੋਬਲ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਦੈਟ ਵਾਸ ਫਾਊਂਡਡ ਇਨ ਦਾ ਈਅਰ 1919 ਦੇ ਵਿੱਚ ਜਿਹੜੀ ਇਹ ਫਾਊਂਡ ਹੋਈ ਸੀ। ਟੂਡੇ ਇਟ ਇਜ਼ ਇੰਡੀਆਜ਼ ਲੀਡਿੰਗ ਇੰਡੀਪੈਂਡੈਂਟ ਚਾਈਲਡ ਰਾਈਟ NGO। ਇਹ ਕੀ ਹੈ, ਬੱਚਿਆਂ ਦੇ ਅਧਿਕਾਰਾਂ ਲਈ ਕੀ ਹੈ, ਲੀਡ ਕਰ ਰਹੀ ਹੈ। ਐਜ਼ ਆਫ December 2018 ਦੇ ਵਰਕ ਇਨ 19 ਸਟੇਟਸ। ਤਾਂ 2018 ਤੱਕ ਕਿ 19 ਸਟੇਟਸ ਦੇ ਵਿੱਚ ਜਿਹੜਾ ਹੈ ਕੰਮ ਕਰ ਰਹੀ ਹੈ। ਸਟਾਰਟਡ ਇਨ 2008 ਇਨ ਇੰਡੀਆ ਦੇ ਵਿੱਚ ਕਦੋਂ ਸ਼ੁਰੂ ਕੀਤਾ ਗਿਆ ਸੀ, 2008 ਦੇ ਵਿੱਚ। ਇਹ ਗਲੋਬਲ ਯਾਨੀ ਕਿ ਵਿਸ਼ਵ ਪੱਧਰ ਦੀ ਇੱਕ ਸੰਸਥਾ ਹੈ। ਇੰਡੀਆ ਵਿੱਚ 2008 ਵਿੱਚ ਸ਼ੁਰੂ ਹੋਈ ਸੀ। ਐਂਡ ਰਜਿਸਟਰਸ ਐਜ਼ ਬਾਲ ਰਕਸ਼ਾ ਭਾਰਤ। ਇੰਡੀਆ ਦੇ ਵਿੱਚ ਇਸ ਦਾ ਨਾਮ ਕੀ ਹੈ, ਬਾਲ ਰਕਸ਼ਾ ਭਾਰਤ। ਦੇ ਹੈਵ ਚੇਂਜ ਦਾ ਲਿਵਸ ਆਫ ਮੋਰ ਦੈਨ 10.1 ਮਿਲੀਅਨ। ਤੇ ਜਿਹੜੇ 10.1 ਮਿਲੀਅਨ ਬੱਚਿਆਂ ਦੇ ਜਿਹੜੇ ਨੇ ਇਹ ਜ਼ਿੰਦਗੀਆਂ ਨੂੰ ਚੇਂਜ ਕਰ ਚੁੱਕੇ ਨੇ। ਨੈਕਸਟ ਇਹ ਕੀ ਹੈ, ਇਸ ਦਾ ਲੋਗੋ ਹੈ ਸੇਵ ਦਾ ਚਾਈਲਡ। ਓਕੇ, ਨੈਕਸਟ ਹੈ ਕਰਾਈ ਚਾਈਲਡ ਰਾਈਟਸ ਐਂਡ ਯੂ। ਕਰਾਈ ਚਾਈਲਡ ਰਾਈਟਸ ਐਂਡ ਯੂ। ਐਟ ਕਰਾਈ ਦੇ ਆਰ ਕਮਿਟਡ ਟੂ ਦੇਅਰ ਵਿਜ਼ਨ ਫॉर ਹੈਪੀ ਹੈਲਦੀ ਐਂਡ ਕ੍ਰੀਏਟਿਵ ਚਾਈਲਡਹੁੱਡ ਫॉर ਐਵਰੀ ਚਾਈਲਡ। ਕਰਾਈ ਦਾ ਜਿਹੜਾ ਮੁੱਖ ਉਦੇਸ਼ ਹੈ, ਹਰੇਕ ਬੱਚੇ ਨੂੰ ਹੈਪੀ ਹੈਲਦੀ ਐਂਡ ਕ੍ਰੀਏਟਿਵ ਬਚਪਨ ਦੇਣਾ ਹੈ। ਦੇ ਇਨਕਲੂਡ ਇੰਸ਼ੋਰਿੰਗ ਚਿਲਡਰਨ ਇਨ ਕਰਾਈ ਸਪੋਰਟਡ ਪ੍ਰੋਜੈਕਟਸ ਹੈਵ ਐਕਸੈਸ ਟੂ ਫ੍ਰੀ ਐਂਡ ਕੁਆਲਿਟੀ ਐਜੂਕੇਸ਼ਨ। ਇਹ ਕੀ ਹੈ, ਬੱਚਿਆਂ ਨੂੰ ਫ੍ਰੀ ਅਤੇ ਵਧੀਆ ਸਿੱਖਿਆ ਪ੍ਰਦਾਨ ਕਰਦੀ ਹੈ। ਪ੍ਰਾਇਮਰੀ ਹੈਲਥ ਕੇਅਰ ਐਂਡ ਆਰ ਸੇਫ ਫਰੋਮ ਵਾਇਲੈਂਸ ਐਂਡ ਅਬਿਊਜ਼ ਐਂਡ ਐਕਸਪਲੇਨੇਸ਼ਨ। ਤਾਂ ਬੱਚਿਆਂ ਨੂੰ ਵਾਇਲੈਂਸ, ਅਹਿੰਸਾ, ਅਬਿਊਜ਼ ਜਿਹੜਾ ਮਤਲਬ ਗਾਲੀ ਗਲੋਚ ਹੈ ਉਸ ਤੋਂ, ਸ਼ੋਸ਼ਣ ਤੋਂ ਬਚਾ ਕੇ ਰੱਖਣਾ ਕੀ ਹੈ, ਇਸ ਦਾ ਮੁੱਖ ਉਦੇਸ਼ ਹੈ। ਨੀਚੇ ਜੋ ਹੈ ਇਸ ਦਾ ਲੋਗੋ ਦਿੱਤਾ ਹੋਇਆ ਹੈ। ਨੈਕਸਟ ਹੈ CHF ਚਾਈਲਡ ਹੈਲਪ ਫਾਊਂਡੇਸ਼ਨ। ਫਾਊਂਡਡ ਇਨ 2010 ਦੇ ਵਿੱਚ ਹੋਂਦ ਵਿੱਚ ਆਈ ਸੀ। ਚਾਈਲਡ ਹੈਲਪ ਫਾਊਂਡੇਸ਼ਨ ਇਜ਼ ਚਾਈਲਡ ਸੈਂਟਰਿਕ ਨੈਸ਼ਨਲ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ committed to fulfillment of child rights as inherent in the Indian Constitution। ਜੋ ਇੰਡੀਅਨ ਕਨਸਟੀਟਿਊਸ਼ਨ ਵਿੱਚ ਜੋ ਵੀ ਬੱਚਿਆਂ ਨੂੰ ਅਧਿਕਾਰ ਦਿੱਤੇ ਗਏ ਹਨ ਉਹਨਾਂ ਦੀ ਰੱਖਿਆ ਕਰਨਾ ਜਿਹੜਾ ਹੈ ਇਸ ਦਾ ਮੁੱਖ ਉਦੇਸ਼ ਹੈ। ਐਂਡ UNCRC ਯੂਨਾਈਟਿਡ ਨੇਸ਼ਨ ਕਨਵੈਨਸ਼ਨ ਔਨ ਦਾ ਰਾਈਟ ਆਫ ਦਾ ਚਿਲਡਰਨ। ਜੋ ਇੰਡੀਅਨ ਕਨਸਟੀਟਿਊਸ਼ਨ ਔਰ UNCRC ਦੇ ਵਿੱਚ ਜਿਹੜੇ ਬੱਚਿਆਂ ਨੂੰ ਰਾਈਟ ਦਿੱਤੇ ਗਏ ਨੇ ਉਹਨਾਂ ਦਾ ਧਿਆਨ ਰੱਖਣਾ ਜੋ ਹੈ ਇਸ ਦਾ ਮੁੱਖ ਉਦੇਸ਼ ਹੈ। ਨੀਚੇ ਜੋ ਹੈ ਇਸ ਦਾ ਲੋਗੋ ਦਿੱਤਾ ਹੋਇਆ ਹੈ। ਨੈਕਸਟ ਹੈ ਸਮਾਈਲ ਫਾਊਂਡੇਸ਼ਨ। ਸਮਾਈਲ ਫਾਊਂਡੇਸ਼ਨ ਇਜ਼ ਐਨ NGO ਇਨ ਇੰਡੀਆ ਡਾਇਰੈਕਟਲੀ ਬੈਨੀਫਿਟਿੰਗ ਓਵਰ 7.5 ਲੱਖ ਚਿਲਡਰਨ ਐਂਡ ਦੇਅਰ ਫੈਮਲੀਜ਼ ਐਵਰੀ ਈਅਰ ਥਰੂ ਮੋਰ ਦੈਨ 350 ਲਿਵ ਵੈਲਫੇਅਰ ਪ੍ਰੋਜੈਕਟਸ ਔਨ ਐਜੂਕੇਸ਼ਨ, ਹੈਲਥ ਕੇਅਰ, ਲਿਵਲੀਹੁੱਡ ਐਂਡ ਵੂਮਨ ਇੰਪਾਵਰਮੈਂਟ। ਇਸ ਦਾ ਜਿਹੜਾ ਮੁੱਖ ਕੰਮ ਹੈ ਬੱਚਿਆਂ ਨੂੰ ਔਰ ਵੂਮੈਨਸ ਨੂੰ ਐਜੂਕੇਸ਼ਨਸ ਦੇਣਾ, ਉਹਨਾਂ ਨੂੰ ਹੈਲਥ ਕੇਅਰ, ਉਹਨਾਂ ਦਾ ਚੰਗਾ ਰਹਿਣ ਸਹਿਣ ਬਾਰੇ ਜਿਹੜਾ ਹੈ ਰੱਖਣਾ ਇਹਨਾਂ ਦਾ ਮੁੱਖ ਉਦੇਸ਼ ਹੈ। ਇਨ ਓਵਰ 1000 ਰਿਮੋਟ ਵਿਲੇਜਸ ਐਂਡ ਸਲਮਸ ਅਕ੍ਰੋਸ 25 ਸਟੇਟਸ ਆਫ ਇੰਡੀਆ। ਇਹ ਜੋ ਨੇ ਜ਼ਿਆਦਾ ਕੰਮ ਕਿੱਥੇ ਹੋ ਰਿਹਾ ਹੈ, ਵਿਲੇਜਸ ਐਂਡ ਸਲਮ ਏਰੀਆ, ਬਸਤੀ ਏਰੀਆ ਜੋ ਹੈ ਉੱਥੇ 1000 ਦੇ ਨੀਅਰ ਅਬਾਊਟ ਜਿਹੜੇ ਨੇ ਕਰ ਚੁੱਕੇ ਨੇ ਔਰ 25 ਸਟੇਟਸ ਦੇ ਵਿੱਚ ਨੇ ਜਿਹੜੇ ਇੰਡੀਆ ਦੇ ਵਿੱਚ ਇਹ ਕੰਮ ਕਰ ਰਹੀ ਹੈ। ਨੈਕਸਟ ਹੈ ਕਥਾ। ਕਥਾ started in 1988 with magazine for children from the unserved communities. Katha is work spans the literacy of to literature continuum। ਤਾਂ ਇਸ ਦਾ ਮੁੱਖ ਉਦੇਸ਼ ਕੀ ਹੈ, ਬੱਚੇ ਨੂੰ ਇਲਿਟਰੇਸੀ ਬੱਚੇ ਨੇ ਜੋ ਪੜ੍ਹਨਾ ਅਤੇ ਲਿਖਣਾ ਨਹੀਂ ਜਾਣਦੇ ਉਹਨਾਂ ਨੂੰ ਪੜ੍ਹਨਾ ਅਤੇ ਲਿਖਣਾ ਸਿਖਾਉਣ ਤੋਂ ਲੈ ਕੇ ਸਾਹਿਤ ਤੱਕ ਲੈ ਕੇ ਜਾਣਾ ਇਹਨਾਂ ਦਾ ਮੁੱਖ ਉਦੇਸ਼ ਹੈ। by seamlessly connecting grassroots work in education and urban resurgence, Katha brings children living in poverty into leading and quality education। ਇਸ ਦਾ ਜੋ ਮੁੱਖ ਉਦੇਸ਼ ਹੈ, ਜੋ ਗਰੀਬ ਬੱਚੇ ਨੇ ਉਹਨਾਂ ਨੂੰ ਸਿੱਖਿਆ ਵੱਲ ਲੈ ਕੇ ਆਉਣਾ, ਉਹਨਾਂ ਨੂੰ ਵਧੀਆ ਐਜੂਕੇਸ਼ਨ ਹੈ ਜੋ ਪ੍ਰੋਵਾਈਡ ਕਰਨਾ। ਪ੍ਰਥਮ ਐਜੂਕੇਸ਼ਨ ਫਾਊਂਡੇਸ਼ਨ। ਪ੍ਰਥਮ ਇਜ਼ ਐਨ ਇਨੋਵੇਟਿਵ ਲਰਨਿੰਗ ਆਰਗੇਨਾਈਜੇਸ਼ਨ ਕ੍ਰੀਏਟਿਡ ਟੂ ਇੰਪਰੂਵ ਦਾ ਕੁਆਲਿਟੀ ਆਫ ਐਜੂਕੇਸ਼ਨ ਇਨ ਇੰਡੀਆ। ਇੰਡੀਆ ਦੇ ਵਿੱਚ ਜੋ ਐਜੂਕੇਸ਼ਨ ਦੀ ਕੁਆਲਿਟੀ ਨੂੰ ਇੰਪਰੂਵ ਕਰਨ ਲਈ ਜਿਹੜੀ ਸੰਸਥਾ ਹੈ ਬਣਾਈ ਗਈ ਹੈ। ਐਸਟੈਬਲਿਸ਼ਡ ਇਨ 1995 ਟੂ ਪ੍ਰੋਵਾਈਡ ਐਜੂਕੇਸ਼ਨ to children in the slums of Mumbai
ठीक है, जो मतलब मुंबई तो ये शुरू हुई सी, मुंबई ਦੀਆਂ ਬਸਤੀਆਂ ਤੋਂ ਜਿਹੜਾ ਇਹ ਸ਼ੁਰੂ ਹੋਈ ਸੀ 1995 ਦੇ ਵਿੱਚ। ਠੀਕ ਹੈ, ਬੱਚਿਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਨ ਲਈ। ਪ੍ਰਥਮ ਹੈਜ਼ ਗਰੋਨ ਇਨ ਬੋਥ ਸਕੋਪ ਐਂਡ ਸਕੇਲ ਵਿਦ ਪ੍ਰੋਗਰਾਮ ਟੂਡੇ ਰੀਚਿੰਗ ਚਿਲਡਰਨ ਐਂਡ ਯੂਥ ਅਕਰੋਸ ਦਾ ਕੰਟਰੀ। ਹੁਣ ਜਿਹੜਾ ਇਹ ਬਹੁਤ ਵਧੀਆ ਕੰਮ ਹੈ ਜੋ ਇਹ ਕਰ ਰਹੀ ਹੈ। ਨੀਚੇ ਇਸ ਦਾ ਲੋਗੋ ਦਿੱਤਾ ਹੋਇਆ ਹੈ, ਤੁਸੀਂ ਦੇਖ ਸਕਦੇ ਹੋ। ਤਾਂ ਇਹ ਸੀ ਆਰਗੇਨਾਈਜੇਸ਼ਨਸ ਆਫ ਚਾਈਲਡ ਕੇਅਰ ਸਰਵਿਸਿਜ਼। ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਉਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਔਰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਵੀਡੀਓ ਕਿਵੇਂ ਲੱਗੀ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕ ਯੂ ਸੋ ਮੱਚ।